ਪ੍ਰੈਪ ਕਲਾਸਿਸ। ਅੱਜ ਅਸੀਂ ਇਸ ਵੀਡੀਓ ਦੇ ਅੰਦਰ MCQs ਕੁਐਸਚਨ ਨੂੰ ਡਿਸਕਸ ਕਰਨ ਜਾ ਰਹੇ ਹਾਂ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ CBSE ਐਂਡ PSE ਬੋਰਡ ਦੇ ਅਕੋਰਡਿੰਗ 30 MCQs ਕੁਐਸਚਨਸ ਆਉਣਗੇ ਅਕਾਊਂਟਿੰਗ ਦੇ ਅੰਦਰ। ਸੋ ਆਪਾਂ ਚੈਪਟਰ ਵਾਈਜ਼ ਇਸ ਕੁਐਸਚਨਸ ਨੂੰ ਡਿਸਕਸ ਕਰਾਂਗੇ ਔਰ ਆਪਾਂ ਉਹੀ ਕੁਐਸਚਨਸ ਲਾਂਗੇ ਜਿਹੜੇ ਮੋਸਟ ਰਿਪੀਟਡ ਐਂਡ ਇੰਪੋਰਟੈਂਟ ਕੁਐਸਚਨਸ ਨੇ ਪਰਟੀਕੂਲਰ ਇੱਕ ਚੈਪਟਰ ਵਾਈਜ਼। ਸੋ ਅੱਜ ਆਪਾਂ ਚੈਪਟਰ ਲੈ ਰਹੇ ਹਾਂ ਅਕਾਊਂਟਿੰਗ ਫॉर ਅ ਪਾर्टनरशिप ਬੇਸਿਕ ਕਨਸੈਪਟਸ। ਸੋ ਇਹਦੇ ਅੰਦਰ ਫਸਟ ਕੁਐਸਚਨ ਡਿਸਕਸ ਕਰਨ ਜਾ ਰਹੇ ਹਾਂ। ਕੁਐਸਚਨਸ ਮੇ ਬੀ ਈਜ਼ੀ ਲੱਗਣ ਤੁਹਾਨੂੰ, ਬਟ ਇਹ ਹੋਊਗਾ ਕਿ ਇਹ ਛੋਟੇ ਛੋਟੇ ਕੁਐਸਚਨਸ ਹੀ ਤੁਹਾਡੇ ਕਨਸੈਪਟ ਕਲੀਅਰ ਕਰਨਗੇ ਔਰ ਇਹੀ ਕੁਐਸਚਨਸ ਨੇ ਜਿਹੜੇ ਮੋਸਟਲੀ ਐਗਜ਼ਾਮਸ ਦੇ ਵਿੱਚ ਪਾਏ ਜਾਂਦੇ ਨੇ। ਸੋ ਫਸਟ ਕੁਐਸਚਨ ਹੈ ਪਾर्टनरशिप ਡੀਡ ਮੇ ਬੀ ਓਰਲ ਰਿਟਨ ਡੁਪਲੀਕੇਟ ਆਈਦਰ ਰਿਟਨ ਔਰ ਓਰਲ। ਕਹਿੰਦੇ ਪਾर्टनरशिप ਡੀਡ ਹੁੰਦੀ ਕੀ ਹੈ, ਬੇਸਿਕਲੀ ਇੱਕ ਐਗਰੀਮੈਂਟ ਹੁੰਦਾ ਦੋ ਪਾਰਟਨਰਸ ਦੇ ਵਿੱਚ ਕਿ ਆਪਾਂ ਕਿਵੇਂ ਬਿਜ਼ਨਸ ਕਰਨਾ। ਸੋ ਡੀਡ ਕਿਵੇਂ ਦੀ ਹੁੰਦੀ ਹੈ, ਕਹਿੰਦੇ ਜਾਂ ਤਾਂ ਓਰਲ ਹੁੰਦੀ ਹੈ ਜਾਂ ਰਿਟਨ ਹੁੰਦੀ ਹੈ, ਡੁਪਲੀਕੇਟ ਆਈਦਰ ਬੋਥ। ਸੋ ਬੇਸਿਕਲੀ ਸਾਰਿਆਂ ਨੂੰ ਬੱਚਿਆਂ ਨੂੰ ਇਹਦਾ ਆਨਸਰ ਪਤਾ ਹੋਊਗਾ ਕਿ ਜਿਹੜੀ ਪਾर्टनरशिप ਡੀਡ ਆ ਉਹ ਕੀ ਹੁੰਦੀ ਆ, ਓਰਲ ਵੀ ਹੁੰਦੀ ਆ ਔਰ ਰਿਟਨ ਵੀ ਹੁੰਦੀ ਆ। ਸੋ ਇਹਦਾ ਕਰੈਕਟ ਆਨਸਰ ਕੀ ਆ, ਡੀ ਬੋਥ, ਆਈਦਰ ਰਿਟਨ ਔਰ ਓਰਲ, ਕੁਛ ਵੀ ਹੋ ਸਕਦਾ। ਸੋ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ। ਇਫ ਦੇਰ ਇਜ਼ ਨੋ ਐਗਰੀਮੈਂਟ ਬਾਏ ਦਾ ਪਾਰਟਨਰਸ, ਕਹਿੰਦੇ ਵੀ ਜੇ ਪਾਰਟਨਰਸ ਦੇ ਵਿੱਚ ਐਗਰੀਮੈਂਟ ਨਹੀਂ ਹੋਇਆ ਤਾਂ ਦੇਖੋ ਇੱਕ ਚੀਜ਼ ਬੜੀ ਕਲੀਅਰ ਆ ਵੀ ਜੇ ਆਪਣੇ ਪਾर्टनरशिप ਦੀ ਆਪਣੇ ਐਗਰੀਮੈਂਟ ਹੋਇਆ ਤਾਂ ਆਪਾਂ ਸਾਰਾ ਕੁਝ ਕਲੀਅਰ ਕੀਤਾ ਹੋਊਗਾ ਕਿ ਕਿੰਨਾ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਦੇਣਾ, ਕਿੰਨਾ ਆਪਾਂ ਇੰਟਰਸਟ ਔਨ ਕੈਪੀਟਲ, ਕਿੰਨਾ ਇੰਟਰਸਟ ਔਨ ਡਰਾਇੰਗਸ ਦੇਣਾ। ਬਟ ਜੇ ਐਗਰੀਮੈਂਟ ਨਹੀਂ ਹੋਇਆ ਫਿਰ ਇੰਟਰਸਟ ਔਨ ਲੋਨ ਕਿੰਨਾ ਦੇਣਾ। ਇੱਕ ਗੱਲ ਧਿਆਨ ਰੱਖਿਓ ਕਿ ਇਹ ਮੋਸਟ ਇੰਪੋਰਟੈਂਟ ਆ ਕੁਐਸਚਨਸ MCQs ਦੇ ਅੰਦਰ ਆਊਗਾ ਪਾर्टनरशिप ਡੀਡ ਨੂੰ ਲੈ ਕੇ ਵੀ ਜੇ ਡੀਡ ਹੈਗੀ ਆ ਐਬਸੈਂਸ ਔਰ ਪ੍ਰੈਜ਼ੈਂਟ ਆ ਦੈਨ ਉਹਦਾ ਕੀ ਇਫੈਕਟ ਹੈ, ਇੰਟਰਸਟ ਔਨ ਕੈਪੀਟਲ, ਇੰਟਰਸਟ ਔਨ ਡਰਾਇੰਗ ਕਿੰਨਾ ਕਿੰਨਾ ਦੇ ਸਕਦੇ ਆ। ਇਹੋ ਜਿਹੇ ਕੁਐਸਚਨਸ ਬਹੁਤ ਆਉਣਗੇ। ਸੋ ਇੱਥੇ ਇੰਟਰਸਟ ਔਨ ਲੋਨ ਵਿਲ ਵੀ ਆਪਾਂ ਕਿੰਨਾ ਦੇਣਾ ਵਾ। ਸੋ ਜੇ ਆਪਣੇ ਕੋਲ ਡੀਡ ਅਵੇਲੇਬਲ ਨਹੀਂ ਗੀ, ਦੇਰ ਇਜ਼ ਨੋ ਐਗਰੀਮੈਂਟ, ਤਾਂ ਕਹਿੰਦੇ ਮਿਨੀਮਮ ਕਿੰਨਾ ਦੇਣਾ ਆਪਾਂ, 6% ਦੇਣਾ ਵਾ। ਚਾਹੇ ਆਪਣੇ ਪਾਰਟਨਰ ਰੌਲਾ ਪਾਈ ਜਾਣ ਕਿ ਅਸੀਂ 12% ਲੈਣਾ, 10% ਲੈਣਾ। ਜੇ ਐਗਰੀਮੈਂਟ ਨਹੀਂ ਹੋਇਆ ਫਿਰ ਇਹਨਾਂ ਨੂੰ ਇਹ ਕੁਛ ਨਹੀਂ ਮਿਲੂਗਾ, ਸਿਰਫ 6% ਇੰਟਰਸਟ ਔਨ ਲੋਨ ਮਿਲੂਗਾ। ਇਹ ਗੱਲ ਯਾਦ ਰੱਖਿਓ, ਓਨਲੀ ਇੰਟਰਸਟ ਔਨ ਲੋਨ ਮਿਲਦਾ ਹੁੰਦਾ ਜੇ ਡੀਡ ਨਾ ਹੋਵੇ, ਦੇਰ ਇਜ਼ ਨੋ ਐਗਰੀਮੈਂਟ। ਜੇ ਐਗਰੀਮੈਂਟ ਨਹੀਂ ਗਾ ਤਾਂ ਇੰਟਰਸਟ ਔਨ ਲੋਨ ਜ਼ਰੂਰ ਮਿਲਦਾ, ਬਾਕੀ ਕੁਛ ਵੀ ਨਹੀਂ ਮਿਲਦਾ, ਨਾ ਇੰਟਰਸਟ ਔਨ ਕੈਪੀਟਲ, ਨਾ ਇੰਟਰਸਟ ਔਨ ਡਰਾਇੰਗਸ, ਨਾ ਸੈਲਰੀ, ਨਾ ਕਮਿਸ਼ਨ। ਸੋ ਇੰਟਰਸਟ ਔਨ ਲੋਨ ਕਿੰਨਾ ਮਿਲਦਾ ਜੀ, 6%। ਕਲੀਅਰ। ਸੋ ਕਰੈਕਟ ਆਂਸਰ ਇਜ਼ 6%। ਨੈਕਸਟ ਕੁਐਸਚਨ, ਦਾ ਪ੍ਰੋਫਿਟ ਵਿਲ ਬੀ ਡਿਵਾਈਡਡ ਇਨ ਦਾ ਡੈਸ਼ ਰੇਸ਼ੋ ਇਨ ਦੀ ਐਬਸੈਂਸ ਆਫ ਦਾ ਪਾर्टनरशिप ਡੀਡ। ਦੇਖੋ ਇਸ ਰਿਲੇਟਿਡ ਬਹੁਤ ਸਾਰੇ ਕੁਐਸਚਨਸ ਆਉਣਗੇ। ਕਹਿੰਦੇ ਵੀ ਜੇ ਡੀਡ ਹੈ ਨਹੀਂ ਗੀ, ਜੇ ਡੀਡ ਨਹੀਂ ਗੀ ਤਾਂ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹੋਇਆ ਇੱਕੋ ਚੀਜ਼ ਮਿਲਣੀ ਉਹ ਹੈਗਾ ਇੰਟਰਸਟ ਔਨ ਲੋਨ, ਉਹ ਵੀ ਹੈਗਾ 6%। ਜੇ ਡੀਡ ਨਹੀਂ ਗੀ ਤਾਂ ਜਿਹੜਾ ਪ੍ਰੋਫਿਟ ਆ ਉਹ ਪਾਰਟਨਰ ਜਿੰਨਾ ਮਰਜ਼ੀ ਰੌਲਾ ਪਾਈ ਜਾਣ ਦੂਸਰੇ ਪਾਰਟਨਰਸ ਕਿ ਮੈਂ ਜ਼ਿਆਦਾ ਕੈਪੀਟਲ ਇਨਵੈਸਟ ਕੀਤੀ ਆ, ਮੈਨੂੰ ਜ਼ਿਆਦਾ ਰਿਟਰਨ ਚਾਹੀਦੀ ਆ, ਸੋ ਮੈਂ 3% ਲੈਣਾ, 3:1 ਨਾਲ ਡਿਵਾਈਡ ਹੋਊਗਾ, 2:1 ਨਾਲ ਡਿਵਾਈਡ ਹੋਊ, ਪਾਰਟਨਰ ਜਿੰਨਾ ਮਰਜ਼ੀ ਰੌਲਾ ਪਾਈ ਜਾਣ। ਜੇ ਐਗਰੀਮੈਂਟ ਨਹੀਂ ਗਾ ਇਨ ਦਾ ਐਬਸੈਂਸ ਆਫ ਦਾ ਪਾर्टनरशिप ਡੀਡ, ਮਤਲਬ ਜੇ ਐਗਰੀਮੈਂਟ ਨਹੀਂ ਗਾ ਤਾਂ ਜਿਹੜਾ ਪ੍ਰੋਫਿਟ ਆ ਇਟ ਵਿਲ ਬੀ ਡਿਵਾਈਡਡ ਇਕੁਅਲੀ, ਇਟ ਵਿਲ ਬੀ ਡਿਵਾਈਡਡ ਇਕੁਅਲੀ, ਇਕੁਅਲ ਰੇਸ਼ੋ। ਹੁਣ ਇਸ ਕੁਐਸਚਨ ਦੇ ਧਿਆਨ ਦਿਓ ਕਿ ਇੱਥੇ ਲਿਖਿਆ 1:1 ਵੀ ਲਿਖਿਆ, 2:1 ਵੀ ਲਿਖਿਆ, 1:2 ਵੀ ਲਿਖਿਆ, ਇਕੁਅਲ ਰੇਸ਼ੋ ਵੀ ਲਿਖਿਆ। ਹੁਣ ਇੱਥੇ 1:1 ਵੀ ਆਨਸਰ ਹੋ ਸਕਦਾ, 1:1 ਵੀ ਆਨਸਰ ਹੋ ਸਕਦਾ। ਬਟ ਜਦੋਂ ਤੁਸੀਂ ਡੀਡ ਨੂੰ ਰੀਡ ਆਊਟ ਕਰੋਗੇ ਇੱਥੇ ਇਹ ਵੀ ਕਰੈਕਟ ਆ, ਇਹ ਵੀ ਕਰੈਕਟ ਆ, ਡੀ ਵੀ ਕਰੈਕਟ ਆ, ਬਟ ਜਦੋਂ ਤੁਸੀਂ ਡੀਡ ਨੂੰ ਰੀਡ ਕਰੋਗੇ ਤਾਂ ਉੱਥੇ ਲਿਖਿਆ ਹੁੰਦਾ ਇਕੁਅਲੀ ਡਿਸਟਰੀਬਿਊਸ਼ਨ। ਤਾਂ ਕਰਕੇ ਆਪਾਂ ਇੱਥੇ ਆਪਸ਼ਨ ਹੈ ਜੀ ਇਹ ਸਿਲੈਕਟ ਕਰਾਂਗੇ। ਜੇ ਐਵੇਂ ਦਾ ਕੁਐਸਚਨ ਆ ਜਾਂਦਾ, ਵੈਸੇ ਐਵੇਂ ਦਾ ਨਹੀਂ ਆਉਂਦਾ, ਜੇ ਐਵੇਂ ਦਾ ਕੁਐਸਚਨ ਆ ਜਾਏ ਤਾਂ ਇਕੁਅਲ ਰੇਸ਼ੋ ਡਿਸਟਰੀਬਿਊਟ ਕੀਤੀ ਜਾਂਦੀ ਹੈ। ਕਲੀਅਰ। 1:1 ਮੀਨਸ ਆਲਸੋ ਇਕੁਅਲ। ਸੋ ਕਰੈਕਟ ਆਨਸਰ ਇਜ਼ ਇਕੁਅਲ ਰੇਸ਼ੋ। ਨੈਕਸਟ ਕੁਐਸਚਨ ਕੀ ਕਹਿੰਦਾ, in a partnership firm the liability of the partner is dash। ਕਹਿੰਦਾ ਪਾਰਟਨਰਸ਼ਿਪ ਫਰਮ ਦੇ ਅੰਦਰ ਜਿਹੜੀ ਲਾਇਬਿਲਿਟੀ ਆ ਪਾਰਟਨਰਸ ਦੀ ਉਹ ਕੀ ਅਨਲਿਮਿਟਡ ਹੁੰਦੀ ਹੈ, ਲਿਮਿਟਡ ਹੁੰਦੀ ਹੈ, ਅਕੋਰਡਿੰਗ ਟੂ ਕੈਪੀਟਲ ਹੁੰਦੀ ਹੈ, ਡਿਸਾਈਡ ਬਾਏ ਦਾ ਕੰਪਨੀ ਐਕਟ ਹੁੰਦੀ ਹੈ। ਬੜਾ ਇੰਪੋਰਟੈਂਟ ਕੁਐਸਚਨ ਆ, ਸੋਚ ਕੇ ਦੇਖੋ ਇਹਦਾ ਕਰੈਕਟ ਆਨਸਰ ਕੀ ਆ ਕਿ ਪਾਰਟਨਰਸ ਦੀ ਲਾਇਬਿਲਿਟੀ ਕੀ ਹੁੰਦੀ ਹੈ। ਸੋ ਪਾਰਟਨਰਸ ਦੀ ਲਾਇਬਿਲਿਟੀ ਕੀ ਹੁੰਦੀ ਆ, ਲਾਇਬਿਲਿਟੀ ਆਫ ਦਾ ਪਾਰਟਨਰ ਇਜ਼ ਅਨਲਿਮਿਟਡ। ਕੰਪਨੀਜ਼ ਦੇ ਅੰਦਰ ਲਿਮਿਟਡ ਲਾਇਬਿਲਿਟੀ ਹੁੰਦੀ ਆ ਸ਼ੇਅਰ ਹੋਲਡਰਸ ਦੀ, ਬਟ ਪਾਰਟਨਰ ਦੇ ਅੰਦਰ ਅਨਲਿਮਿਟਡ ਲਾਇਬਿਲਿਟੀ ਹੁੰਦੀ ਆ ਆਲ ਦਾ ਪਾਰਟਨਰਸ। ਕਲੀਅਰ। ਸੋ ਕਰੈਕਟ ਆਨਸਰ ਇਜ਼ ਏ। ਨੈਕਸਟ ਕੁਐਸਚਨ, ਦਾ ਮੈਕਸਿਮਮ ਨੰਬਰ ਆਫ ਦਾ ਪਾਰਟਨਰਸ ਇਨ ਅ ਪਾਰਟਨਰਸ਼ਿਪ ਫਰਮ। ਹਾਂਜੀ, ਮੈਕਸਿਮਮ ਨੰਬਰ ਆਫ ਪਾਰਟਨਰਸ ਇਨ ਅ ਪਾਰਟਨਰਸ਼ਿਪ ਫਰਮ ਕੈਨ ਬੀ, ਹਾਂਜੀ ਮੈਕਸਿਮਮ ਨੰਬਰ ਆਫ ਪਾਰਟਨਰਸ ਕਿੰਨੇ ਹੋ ਸਕਦੇ, 50, 20, 100 ਔਰ ਨੋ ਲਿਮਿਟ। ਐਜ਼ ਪਰ ਪਾਰਟਨਰਸ਼ਿਪ ਐਕਟ 2013, ਜਿਵੇਂ ਆਪਣੇ ਕੰਪਨੀਜ਼ ਐਕਟ ਆਇਆ ਵਾ 2013, ਉਹਦੇ ਅਕੋਰਡਿੰਗ ਜਿਹੜੇ ਮੈਕਸਿਮਮ ਨੰਬਰ ਆਫ ਪਾਰਟਨਰਸ ਕਿੰਨੇ ਨੇ, 100 ਹੋ ਸਕਦੇ ਨੇ ਜੀ। ਸੋ ਕਰੈਕਟ ਆਨਸਰ ਇਜ਼ ਸੀ। ਨੈਕਸਟ ਕੁਐਸਚਨ, ਵੈਨ ਦੇਰ ਇਜ਼ ਅ ਨੋ ਪਾਰਟਨਰਸ਼ਿਪ ਡੀਡ, ਵੈਨ ਦੇਰ ਇਜ਼ no partnership deed
ਦੈਨ ਦ ਪ੍ਰੋਵੀਜ਼ਨ ਆਫ ਦ ਪਾਰਟਨਰਸ਼ਿਪ ਐਕਟ ਵਿਲ ਬੀ, ਹਾਂਜੀ ਦੇਖੋ ਅਗੇਨ ਜਦੋਂ ਪਾਰਟਨਰਸ਼ਿਪ ਡੀਡ ਨਹੀਂ ਗਈ ਇਸ ਚੈਪਟਰ 'ਚੋਂ ਜੇ ਕੁਐਸਚਨ ਆਉਣਗੇ ਤਾਂ ਇੱਦਾਂ ਹੀ ਆਊਗਾ। ਤਾਂ ਕਹਿੰਦੇ ਵੀ ਵੈਨ there is no partnership deed then the provision of the partnership act dash will be applicable, ਕਹਿੰਦੇ ਜੇ ਪਾਰਟਨਰਸ਼ਿਪ ਡੀਡ ਹੈ ਨਹੀਂ ਗੀ ਫਿਰ ਪਾਰਟਨਰਸ਼ਿਪ ਐਕਟ ਕਿਹੜਾ ਲੱਗੂਗਾ। ਅਸਲ ਦੇ ਵਿੱਚ ਜੇ ਡੀਡ ਨਹੀਂ ਗੀ ਹੋਵੇ ਜਾਂ ਨਾ ਹੋਵੇ ਪਾਰਟਨਰਸ਼ਿਪ ਐਕਟ ਕਿਹੜਾ ਲੱਗਦਾ 1932 ਹੀ ਲੱਗਦਾ। ਕਲੀਅਰ 1932 ਪਾਰਟਨਰਸ਼ਿਪ ਐਕਟ 1932 ਹੀ ਲੱਗਦਾ ਐਜ਼ ਪਰ ਰੂਲ। ਸੋ ਇਹਦਾ ਜਿਹੜਾ ਕਰੈਕਟ ਆਂਸਰ ਆ ਉਹ ਕੀ ਹੈ 1932। ਨੈਕਸਟ ਕੁਐਸਚਨ the liability of the partner in LLP ਦੇ ਅੰਦਰ ਲਾਇਬਿਲਿਟੀ ਆਫ ਪਾਰਟਨਰਸ ਕੀ ਹੁੰਦੀਆਂ ਨੇ ਲਿਮਿਟਿਡ ਅਨਲਿਮਿਟਿਡ ਨਾਟ ਡਿਫਾਈਨ ਇਨ ਦਾ ਲਾਅ ਜਾਂ ਲਿਮਿਟਿਡ ਅਪ ਟੂ ਦਾ ਕੈਪੀਟਲ। ਬੇਸਿਕਲੀ ਉਹੀ ਗੱਲ ਯਾਦ ਰੱਖਿਓ ਕਿ ਜਿਹੜੀ LLP ਦੇ ਅੰਦਰ ਜਿਹੜੀ ਪਾਰਟਨਰਸ ਦੀ ਲਾਇਬਿਲਿਟੀ ਆ ਉਹ ਕੀ ਹੁੰਦੀ ਹੈ ਜੀ, ਸੋਚ ਕੇ ਦੇਖੋ ਕੀ ਹੋ ਸਕਦੀ ਹੈ। ਜਦੋਂ ਆਪਾਂ ਪਾਰਟਨਰਸ਼ਿਪ ਦੀ ਗੱਲ ਕਰਾਂਗੇ ਪਾਰਟਨਰਸ਼ਿਪ ਦੇ ਅੰਦਰ ਜਿਹੜੀ ਪਾਰਟਨਰਸ ਦੀ ਲਾਇਬਿਲਿਟੀਜ਼ ਆ ਉਹ ਅਨਲਿਮਿਟਿਡ ਹੁੰਦੀਆਂ ਨੇ, ਬਟ LLP ਕੀ ਆ ਲਿਮਿਟਿਡ ਲਾਇਬਿਲਿਟੀ ਪਾਰਟਨਰਸ਼ਿਪ। ਸੋ ਇਹਦੇ ਅੰਦਰ ਜਿਹੜੀ ਲਾਇਬਿਲਿਟੀ ਆ LLP ਦੇ ਅੰਦਰ ਜਿਹੜੀ ਲਾਇਬਿਲਿਟੀ ਆ ਬੇਸਿਕਲੀ ਉਹ ਲਿਮਿਟਿਡ ਹੁੰਦੀ ਹੈ। ਕਲੀਅਰ ਯਾਦ ਰੱਖਿਓ ਕਿ ਵੈਸੇ ਪਾਰਟਨਰਸ਼ਿਪ ਦੇ ਅੰਦਰ ਜਿਹੜੀ ਲਾਇਬਿਲਿਟੀਜ਼ ਆ ਪਾਰਟਨਰ ਦੀ ਉਹ ਅਨਲਿਮਿਟਿਡ ਹੁੰਦੀਆਂ ਨੇ, ਬਟ LLP ਦੇ ਅੰਦਰ ਜਿਹੜੀ ਲਾਇਬਿਲਿਟੀ ਆ ਪਾਰਟਨਰਸ ਦੀ ਉਹ ਕੀ ਹੁੰਦੀ ਆ ਲਿਮਿਟਿਡ। ਸੋ ਕਰੈਕਟ ਆਂਸਰ ਇਜ਼ A। ਨੈਕਸਟ ਕੁਐਸਚਨ the provision of the table dash are applicable in the absence of the partnership deed ABCD, ਕਹਿੰਦੇ ਪਾਰਟਨਰਸ਼ਿਪ ਡੀਡ ਜੇ ਐਬਸੈਂਟ ਆ ਤਾਂ ਕਿਹੜਾ ਟੇਬਲ ਲਾਗੂ ਹੁੰਦਾ, ਕਿਹੜੀ ਪ੍ਰੋਵੀਜ਼ਨ ਆ ਜਿਹੜੀ ਲਾਗੂ ਹੁੰਦੀ ਆ। ਅਸਲ ਦੇ ਵਿੱਚ ਜਿਹੜੀ ਪ੍ਰੋਵੀਜ਼ਨ ਦਾ ਮਤਲਬ ਇਹ ਆ ਕਿ ਜਿੱਥੇ ਆਪਾਂ ਲਿਖਿਆ ਹੋਇਆ ਵਾ ਕਿ ਇੰਟਰਸਟ ਔਨ ਲੋਨ 6% ਦੇਣਾ ਵਾ, ਇੰਟਰਸਟ ਔਨ ਡਰਾਇੰਗਸ ਨਹੀਂ ਮਿਲਣੀਆਂ, ਇੰਟਰਸਟ ਔਨ ਕੈਪੀਟਲ ਨਹੀਂ ਮਿਲਣਾ, ਸੈਲਰੀ ਨਹੀਂ ਮਿਲਣੀ, ਕਮਿਸ਼ਨ ਨਹੀਂ ਮਿਲਣਾ। ਸੋ ਕਿਹੜੇ ਟੇਬਲ ਦੇ ਅੰਡਰ ਲਿਖਿਆ ਹੋਇਆ ਵਾ ਟੇਬਲ A, ਟੇਬਲ B, ਟੇਬਲ C, ਟੇਬਲ D। ਇਹਦਾ ਜਿਹੜਾ ਕਰੈਕਟ ਆਂਸਰ ਆ ਉਹ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਟੇਬਲ A ਦੇ ਅੰਦਰ ਲਿਖਿਆ ਹੋਇਆ ਵਾ ਕਿ ਜੋ ਵੀ ਜੇ ਵੀ ਪਾਰਟਨਰਸ਼ਿਪ ਡੀਡ ਐਬਸੈਂਟ ਆ ਤਾਂ ਕੀ ਕੁਛ ਦੇਣਾ ਜਾਂ ਕੀ ਕੁਛ ਨਹੀਂ ਦੇਣਾ। ਸੋ ਕਰੈਕਟ ਆਂਸਰ ਇਜ਼ A। ਨੈਕਸਟ ਕੁਐਸਚਨ in the absence of the any provision interest on capital will be calculated for, ਕਹਿੰਦੇ ਜੇ ਕੋਈ ਵੀ ਪ੍ਰੋਵੀਜ਼ਨ ਨਹੀਂ ਦਿੱਤੀ ਮਤਲਬ ਆਪਣੇ ਕੋਲ ਇੱਕ ਤਰ੍ਹਾਂ ਦੀ ਪਾਰਟਨਰਸ਼ਿਪ ਡੀਡ ਐਬਸੈਂਟ ਆ, ਐਬਸੈਂਸ ਆਫ ਪਾਰਟਨਰਸ਼ਿਪ ਦੇਖੋ ਹਰ ਇੱਕ ਕੁਐਸਚਨ ਉਵੇਂ ਦਾ ਹੀ ਆ ਰਿਹਾ। ਇਨ ਦਾ ਐਬਸੈਂਸ ਆਫ ਪਾਰਟਨਰਸ਼ਿਪ ਡੀਡ ਇੰਟਰਸਟ ਔਨ ਕੈਪੀਟਲ ਕਿੰਨਾ ਕੈਲਕੂਲੇਟ ਕੀਤਾ ਜਾਊਗਾ। ਹਾਂਜੀ ਹੁਣ ਤਾਂ ਤੁਹਾਡੇ ਲਈ ਈਜ਼ੀ ਹੋ ਗਿਆ ਹੋਊਗਾ, ਮੈਂ ਹਰ ਇੱਕ ਕੁਐਸਚਨ ਰਿਪੀਟ ਕਰ ਰਿਹਾ। ਇੰਟਰਸਟ ਔਨ ਕੈਪੀਟਲ ਕਿੰਨਾ ਦਿੱਤਾ ਜਾਊਗਾ ਜੀ 6 ਮੰਥਲੀ 1 ਈਅਰਲੀ 1 ਮੰਥ ਜਾਂ ਨੋ ਇੰਟਰਸਟ। ਸੋ ਕਰੈਕਟ ਆਂਸਰ ਕਿੰਨਾ 2। ਮਿਨੀਮਮ ਨੰਬਰ ਆਫ ਪਾਰਟਨਰਸ਼ਿਪ ਫਰਮ ਆਰ 2। ਨੈਕਸਟ ਕੁਐਸਚਨ the maximum number of partners in a banking sector are dash 5 7 2 ਜਾਂ 10। ਬੈਂਕਿੰਗ ਸੈਕਟਰ 'ਚ ਕਹਿੰਦੇ ਕਿੰਨੇ ਮੈਕਸਿਮਮ ਪਾਰਟਨਰ ਹੋ ਸਕਦੇ ਨੇ। ਸੋ ਇਹਦਾ ਜਿਹੜਾ ਕਰੈਕਟ ਆਂਸਰ ਆ ਉਹ ਕੀ ਆ ਪਾਰਟਨਰਸ਼ਿਪ ਦੇ ਬੈਂਕਿੰਗ ਸੈਕਟਰ ਦੇ ਅੰਦਰ ਆਪਾਂ ਨੂੰ ਮੈਕਸਿਮਮ ਕਿੰਨੇ ਪਾਰਟਨਰ ਹੋ ਸਕਦੇ ਨੇ 10। ਕਲੀਅਰ ਇਹ ਬਹੁਤ ਇੰਪੋਰਟੈਂਟ ਆ ਆਪਸ਼ਨ ਨੰਬਰ D ਇਹ ਬਹੁਤ ਇੰਪੋਰਟੈਂਟ ਆਪਾਂ ਨੂੰ ਮਿਨੀਮਮ ਪਾਰਟਨਰਸ ਨੰਬਰ ਆਫ ਪਾਰਟਨਰਸ ਪਤਾ ਹੋਣੇ ਚਾਹੀਦੇ, ਪਾਰਟਨਰਸ਼ਿਪ ਦੇ ਅੰਦਰ ਮੈਕਸਿਮਮ ਪਾਰਟਨਰ ਪਤਾ ਹੋਣਾ ਚਾਹੀਦਾ, ਬੈਂਕਿੰਗ ਸੈਕਟਰ ਦੇ ਅੰਦਰ ਮੈਕਸਿਮਮ ਕਿੰਨੇ ਪਾਰਟਨਰ ਹੋ ਸਕਦੇ ਨੇ ਇਹਦੇ ਬਾਰੇ ਆਪਾਂ ਨੂੰ ਨੌਲੇਜ ਹੋਣੀ ਚਾਹੀਦੀ ਆ। ਸੋ ਇਹਦਾ ਕਰੈਕਟ ਆਂਸਰ ਕੀ ਆ D। ਨੈਕਸਟ ਕੁਐਸਚਨ ਕਰੰਟ ਅਕਾਊਂਟ ਆਰ ਓਪਨ ਇਫ ਦਾ ਕੈਪੀਟਲ ਅਕਾਊਂਟ ਇਜ਼ ਓਪਨ ਇਫ ਦਾ ਕੈਪੀਟਲ ਅਕਾਊਂਟ ਇਜ਼, ਹਾਂਜੀ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਰੰਟ ਅਕਾਊਂਟ ਕਦੋਂ ਬਣਦਾ। ਦੇਖੋ ਆਪਣੇ ਦੋ ਹੀ ਤਰ੍ਹਾਂ ਦੇ ਅਕਾਊਂਟ ਬਣਦੇ ਨੇ, ਇੱਕ ਕਰੰਟ ਅਕਾਊਂਟ ਬਣਦਾ ਇੱਕ ਕੈਪੀਟਲ ਅਕਾਊਂਟ ਬਣਦਾ ਹੈ ਨਾ, ਜਾਂ ਇਕੱਲਾ ਕੈਪੀਟਲ ਅਕਾਊਂਟ ਬਣਦਾ। ਬਟ ਉਹ ਕਿਸ ਹਾਲਾਤ ਦੇ ਵਿੱਚ ਬਣਦਾ ਇੱਕ ਦੋ ਆਪਸ਼ਨਸ ਹੁੰਦੀਆਂ ਇੱਕ ਫਿਕਸਡ ਅਤੇ ਇੱਕ ਫਲਕਚੁਏਸ਼ਨ। ਕਹਿੰਦੇ ਕਰੰਟ ਅਕਾਊਂਟ ਕਦੋਂ ਬਣਦਾ, ਕਰੰਟ ਅਕਾਊਂਟ ਕਦੋਂ ਬਣਦਾ ਬੱਚੇ, ਕਰੰਟ ਅਕਾਊਂਟ ਉਸ ਵਕਤ ਬਣਦਾ ਜਦੋਂ ਆਪਣਾ ਕੈਪੀਟਲ ਅਕਾਊਂਟ ਕੀ ਆ ਉਹ ਫਿਕਸਡ ਹੋਵੇ। ਜਦੋਂ ਕੈਪੀਟਲ ਅਕਾਊਂਟ ਫਿਕਸਡ ਹੋ ਗਿਆ, ਜਦੋਂ ਕੈਪੀਟਲ ਅਕਾਊਂਟ ਆਪਣਾ ਫਿਕਸਡ ਹੋ ਗਿਆ ਉਦੋਂ ਇਸ ਕੈਪੀਟਲ ਅਕਾਊਂਟ ਦੇ ਵਿੱਚ ਇਕੱਲੀ ਕੈਪੀਟਲ ਹੀ ਪਊਗੀ। ਫਿਰ ਇਹਦੇ ਨਾਲ ਇੱਕ ਕਰੰਟ ਅਕਾਊਂਟ ਬਣਾਇਆ ਜਾਂਦਾ ਜਿਹਦੇ ਅੰਦਰ ਆਪਾਂ ਸਾਰਾ ਕੁਝ ਸੈਲਰੀ ਕਮਿਸ਼ਨ ਇੰਟਰਸਟ ਔਨ ਕੈਪੀਟਲ ਇੰਟਰਸਟ ਔਨ ਡਰਾਇੰਗਸ ਐਡ ਔਨ ਕਰਦੇ ਹਾਂ। ਜਦੋਂ ਆਪਣਾ ਕੈਪੀਟਲ ਅਕਾਊਂਟ ਫਿਕਸਡ ਹੋ ਜਾਂਦਾ ਜੀ ਉਦੋਂ ਆਪਾਂ ਕਰੰਟ ਅਕਾਊਂਟ ਓਪਨ ਕਰਦੇ ਹਾਂ। ਯਾਦ ਰੱਖਿਓ ਜਦੋਂ ਆਪਾਂ ਕੈਪੀਟਲ ਅਕਾਊਂਟ ਫਿਕਸ ਕਰ ਲਿਆ ਮਤਲਬ ਫਿਕਸ ਇਹਦੇ ਵਿੱਚ ਸਿਰਫ ਕੈਪੀਟਲ ਹੀ ਪਊਗੀ ਉਦੋਂ ਆਪਣਾ ਜਿਹੜੀਆਂ ਬਾਕੀ ਆਪਸ਼ਨਸ ਨੇ ਸੈਲਰੀ ਕਮਿਸ਼ਨ ਇੰਟਰਸਟ ਔਨ ਡਰਾਇੰਗ ਇੰਟਰਸਟ ਔਨ ਕੈਪੀਟਲ ਉਹ ਕਿਹੜਾ ਕਰੰਟ ਅਕਾਊਂਟ 'ਚ ਟ੍ਰਾਂਸਫਰ ਹੁੰਦਾ। ਕਲੀਅਰ ਆਈ ਹੋਪ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ। ਨੈਕਸਟ ਕੁਐਸਚਨ ਸੋ ਇਹਦਾ ਜਿਹੜਾ ਕਰੈਕਟ ਆਂਸਰ ਹੈ ਫਿਕਸਡ। ਦਾ ਬੈਲੈਂਸ ਆਫ ਦਾ ਕੈਪੀਟਲ ਅਕਾਊਂਟ, ਹਾਂਜੀ ਮੇ ਬੀ ਹੁਣ ਇੱਥੇ ਨਾ ਬੱਚੇ ਕਨਫਿਊਜ਼ ਹੋ ਜਾਂਦੇ। ਦਾ ਬੈਲੈਂਸ ਆਫ ਦਾ ਕੈਪੀਟਲ ਅਕਾਊਂਟ
ਹੁਣ ਜੇ ਤੁਹਾਨੂੰ ਯਾਦ ਹੋਵੇ ਆਪਾਂ ਕੈਪੀਟਲ ਅਕਾਊਂਟ ਦੇ ਅੰਦਰ ਆਪਾਂ ਬੈਲੈਂਸ ਸ਼ੀਟ ਆਪਾਂ ਕੈਪੀਟਲ ਅਕਾਊਂਟ ਬਣਾਉਂਦੇ ਹਾਂ। ਕੈਪੀਟਲ ਅਕਾਊਂਟ ਬਣਾਉਂਦੇ ਆ ਤਾਂ ਆਪਾਂ ਪਾਰਟਨਰਸ ਦਾ ਜਿਹੜਾ ਓਪਨਿੰਗ ਬੈਲੈਂਸ ਆ ਉਹ ਤੇ ਤੁਹਾਨੂੰ ਯਾਦ ਹੋਵੇ ਇੱਧਰਲੇ ਪਾਸੇ ਪਾਉਂਦੇ A B C ਜਿੰਨੇ ਵੀ ਪਾਰਟਨਰਸ ਹੁੰਦੇ ਆ ਓਪਨਿੰਗ ਬੈਲੈਂਸ ਇੱਥੇ ਪਾਉਂਦੇ 2 4 5 ਲੱਖ ਜਿੰਨਾ ਵੀ ਹੋਊਗਾ। ਸੋ ਹੁਣ ਇੱਥੇ ਇੱਕ ਗੱਲ ਸਮਝਣ ਵਾਲੀ ਆ, ਜਦੋਂ ਉਹਨੇ ਪੁੱਛਿਆ ਕੀ ਹੈ ਦਾ ਬੈਲੈਂਸ ਆਫ ਦਾ ਕੈਪੀਟਲ ਅਕਾਊਂਟ, ਹੁਣ ਜਾਂ ਤਾਂ ਡੈਬਿਟ ਹੋਊਗਾ ਜਾਂ ਕ੍ਰੈਡਿਟ ਹੋਊਗਾ, ਬੋਥ ਨਹੀਂ ਹੋ ਸਕਦਾ। ਆਹ ਆਪਸ਼ਨਸ ਤਾਂ ਕਦੇ ਹੋ ਹੀ ਨਹੀਂ ਸਕਦਾ ਡੈਬਿਟ ਐਂਡ ਕ੍ਰੈਡਿਟ, ਕ੍ਰੈਡਿਟ ਐਂਡ ਡੈਬਿਟ। ਸੋ ਜਾਂ ਤਾਂ ਆਪਸ਼ਨ A ਹੋਊਗੀ ਜਾਂ B ਹੋਊਗੀ। ਹੁਣ ਇੱਕ ਗੱਲ ਯਾਦ ਰੱਖਿਓ ਕਿ ਜਦੋਂ ਆਪਾਂ ਟਰਾਇਲ ਬੈਲੈਂਸ ਬਣਾਉਂਦੇ ਹੁੰਦੇ ਸੀਗੇ 11th ਦੇ ਅੰਦਰ, ਤਾਂ ਤੁਸੀਂ ਦੇਖਿਆ ਹੋਣਾ ਲਾਇਬਿਲਿਟੀ ਸਾਈਡ ਆਪਾਂ ਕੈਪੀਟਲ ਪਾਉਂਦੇ ਹੁੰਦੇ ਸੀਗੇ। ਦੈਟ ਮੀਨਸ ਕ੍ਰੈਡਿਟ ਵਾਲਾ ਆਪਣਾ ਬੈਲੈਂਸ ਜਿਹੜਾ ਉਹ ਪੈਂਦਾ ਵਾ। ਕਰੰਟ ਅਕਾਊਂਟ ਦਾ ਜਿਹੜਾ ਬੈਲੈਂਸ ਆ ਹਮੇਸ਼ਾ ਕਰੰਟ ਯਾਦ ਰੱਖਿਓ, ਹਮੇਸ਼ਾ ਕਰੰਟ ਕੈਪੀਟਲ ਦਾ ਮਤਲਬ ਕੈਪੀਟਲ ਦਾ ਅਕਾਊਂਟ ਦਾ ਜਿਹੜਾ ਬੈਲੈਂਸ ਆ ਉਹ ਕੀ ਹੁੰਦਾ, ਕ੍ਰੈਡਿਟ ਹੁੰਦਾ। ਕਲੀਅਰ? ਕੈਪੀਟਲ ਅਕਾਊਂਟ ਦਾ ਜਿਹੜਾ ਬੈਲੈਂਸ ਆ ਉਹ ਕੀ ਹੁੰਦਾ, ਕ੍ਰੈਡਿਟ ਹੁੰਦਾ। ਡੈਬਿਟ ਔਰ ਕ੍ਰੈਡਿਟ ਨਹੀਂ ਹੁੰਦਾ, ਨਾ ਹੀ ਕ੍ਰੈਡਿਟ ਔਰ ਡੈਬਿਟ ਹੁੰਦਾ। ਜਾਂ ਤਾਂ ਡੈਬਿਟ ਹੋਊਗਾ ਜਾਂ ਕ੍ਰੈਡਿਟ ਹੋਊਗਾ, ਬੇਸਿਕਲੀ ਹਮੇਸ਼ਾ ਕ੍ਰੈਡਿਟ ਹੀ ਹੁੰਦਾ। ਸੋ ਇਹਦਾ ਕਰੈਕਟ ਆਂਸਰ ਕੀ ਆ, B। ਨੈਕਸਟ ਕੁਐਸਚਨ, ਦ ਸੈਲਰੀ ਟੂ ਦਾ ਪਾਰਟਨਰ ਵਿਲ ਬੀ ਇਨ, ਹਾਂਜੀ ਪਾਰਟਨਰਸ ਦੀ ਸੈਲਰੀ ਕਿੱਥੇ ਦਿਖਾਈ ਜਾਂਦੀ ਹੈ। ਹੁਣ ਇਹ ਬੜਾ ਈਜ਼ੀ ਕੁਐਸਚਨ ਆਪਾਂ ਬੜਾ ਡਿਸਕਸ ਕਰ ਲਿਆ। ਪਾਰਟਨਰਸ ਦੀ ਸੈਲਰੀ ਕਿੱਥੇ ਦਿਖਾਈ ਜਾਂਦੀ ਹੈ, ਪ੍ਰੋਫਿਟ ਐਂਡ ਲੋਸ ਅਕਾਊਂਟ 'ਚ, ਟ੍ਰੇਡਿੰਗ ਅਕਾਊਂਟ 'ਚ, ਮੈਨੂਫੈਕਚਰਿੰਗ ਅਕਾਊਂਟ 'ਚ। ਹੁਣ ਇੱਕ ਗੱਲ ਯਾਦ ਰੱਖਿਓ, ਮੈਨੂਫੈਕਚਰਿੰਗ ਅਕਾਊਂਟ ਦੇ ਵਿੱਚ ਸਿਰਫ ਫੈਕਟਰੀ ਦੀ ਗੱਲ ਕੀਤੀ ਨੇ, ਮੈਨੂਫੈਕਚਰਿੰਗ ਆਫ ਗੁਡਸ ਦੀ ਗੱਲ ਕੀਤੀ ਹੈ। ਟ੍ਰੇਡਿੰਗ ਅਕਾਊਂਟ ਦੇ ਅੰਦਰ ਆਪਾਂ ਗੱਲ ਕਰਦੇ ਹਾਂ ਡਾਇਰੈਕਟ ਐਕਸਪੈਂਸਿਸ ਦੀ, ਇਨਡਾਇਰੈਕਟ ਐਕਸਪੈਂਸਿਸ ਨਹੀਂ। ਸੈਲਰੀ ਪਹਿਲੀ ਗੱਲ ਇਹ ਇਨਡਾਇਰੈਕਟ ਐਕਸਪੈਂਸ ਆ, ਇੱਥੇ ਵੀ ਨਹੀਂ ਪੈਂਦਾ। ਹੁਣ ਪ੍ਰੋਬਲਮ ਕਿੱਥੇ ਹੋਊਗੀ, ਪ੍ਰੋਫਿਟ ਐਂਡ ਲੋਸ 'ਚ ਜਾਂ ਪ੍ਰੋਫਿਟ ਐਂਡ ਲੋਸ ਐਡਜਸਟਮੈਂਟ ਅਕਾਊਂਟ ਦੇ। ਪ੍ਰੋਫਿਟ ਐਂਡ ਲੋਸ 'ਚ ਸਾਰੇ ਖਰਚੇ ਪੈ ਜਾਂਦੇ ਆ, ਬਟ ਕੀ ਨਹੀਂ ਪੈਂਦਾ, ਪਾਰਟਨਰਸ ਨਾਲ ਰਿਲੇਟਡ ਖਰਚੇ ਨਹੀਂ ਪੈਂਦੇ। ਨਾ ਤਾਂ ਪਾਰਟਨਰਸ ਨਾਲ ਰਿਲੇਟਡ ਸੈਲਰੀ ਪੈਂਦੀ ਹੈ, ਨਾ ਪਾਰਟਨਰ ਰਿਲੇਟਡ ਕਮਿਸ਼ਨ ਪੈਂਦਾ। ਉਹ ਕਿੱਥੇ ਪੈਂਦਾ ਵਾ, ਪ੍ਰੋਫਿਟ ਐਂਡ ਲੋਸ ਐਡਜਸਟਮੈਂਟ ਅਕਾਊਂਟ, ਜਿਹਨੂੰ ਆਪਾਂ ਐਪਰੋਪਰੀਏਟ ਅਕਾਊਂਟ ਵੀ ਕਹਿੰਦੇ। ਇਹ ਗੱਲ ਯਾਦ ਰੱਖਿਓ, ਇਹਦਾ ਦੂਸਰਾ ਨਾਮ ਆ ਪ੍ਰੋਫਿਟ ਐਂਡ ਲੋਸ ਐਪਰੋਪਰੀਏਟ ਅਕਾਊਂਟ ਨੂੰ ਹੀ ਆਪਾਂ ਪ੍ਰੋਫਿਟ ਐਂਡ ਲੋਸ ਐਡਜਸਟਮੈਂਟ ਅਕਾਊਂਟ ਕਹਿੰਦੇ ਹਾਂ। ਸੋ ਇਹਦਾ ਕਰੈਕਟ ਆਂਸਰ ਉਹ ਕੀ ਆ, B ਆਪਸ਼ਨ। ਸੋ ਦੇਖੋ ਇੱਥੇ ਇੱਕ ਚੀਜ਼ ਹੋਰ, ਇਸ ਕੁਐਸਚਨ ਨੂੰ ਕਰਦੇ ਵਕਤ ਤੁਹਾਡੇ ਦੋ ਕੁਐਸਚਨ ਤੁਹਾਡੇ ਮਾਈਂਡ ਦੇ ਵਿੱਚ ਕਲੀਅਰ ਹੋ ਜਾਣੇ ਚਾਹੀਦੇ ਆ ਕਿ ਇੱਕ ਤਾਂ ਪਾਰਟਨਰ ਸੈਲਰੀ ਕਿੱਥੇ ਪੈਂਦੀ ਹੈ, ਪ੍ਰੋਫਿਟ ਐਂਡ ਲੋਸ ਐਡਜਸਟਮੈਂਟ ਅਕਾਊਂਟ ਦੇ ਅੰਦਰ। ਕਿੱਥੇ ਪੈਂਦੀ ਹੈ, ਪ੍ਰੋਫਿਟ ਐਂਡ ਲੋਸ ਐਡਜਸਟਮੈਂਟ ਅਕਾਊਂਟ ਦੇ ਅੰਦਰ। ਔਰ ਇਸੇ ਨੂੰ ਹੀ ਐਪਰੋਪਰੀਏਟ ਅਕਾਊਂਟ ਵੀ ਕਿਹਾ ਜਾਂਦਾ। ਦੇਖੋ ਦੋ ਕੁਐਸਚਨਸ ਹੋ ਗਏ। ਜੇ ਤੁਸੀਂ MCQs ਕੁਐਸਚਨ ਨੂੰ ਧਿਆਨ ਨਾਲ ਸਮਝ ਕੇ ਡਿਸਕਸ ਕਰੋ, ਚਾਹੇ ਕੁਐਸਚਨਸ 5 ਕਰੋ, ਉਹ 5 ਦੇ ਤੁਹਾਡੇ 15-20 ਕੁਐਸਚਨਸ ਤੁਹਾਡੇ ਕਲੈਰੀਫਾਈ ਹੋ ਜਾਣਗੇ ਕਿ ਇਸ ਕੁਐਸਚਨ ਦਾ ਇੱਕ ਆਂਸਰ ਦੇਣ। ਨੈਕਸਟ ਕੁਐਸਚਨ, ਇੰਟਰਸਟ ਔਨ ਕੈਪੀਟਲ ਵਿਲ ਬੀ ਸ਼ੋਨ ਇਨ, ਹਾਂਜੀ ਦੇਖੋ ਇੰਟਰਸਟ ਔਨ ਕੈਪੀਟਲ ਕਿੱਥੇ ਪਾਇਆ ਜਾਂਦਾ, ਕਹਿੰਦਾ ਮਤਲਬ ਕਿੱਥੇ ਆਪਾਂ ਐਡਜਸਟ ਕਰਦੇ ਹਾਂ ਉਹਨੂੰ, ਕੈਪੀਟਲ ਅਕਾਊਂਟ ਦੇ ਅੰਦਰ, ਪ੍ਰੋਫਿਟ ਐਂਡ ਲੋਸ ਐਪਰੋਪਰੀਏਟ ਜਾਂ ਐਡਜਸਟਮੈਂਟ ਅਕਾਊਂਟ ਦੇ ਅੰਦਰ, ਜਾਂ ਟ੍ਰੇਡਿੰਗ ਅਕਾਊਂਟ ਦੇ ਅੰਦਰ, ਜਾਂ ਬੋਥ ਐਪਰੋਪਰੀਏਟ ਅਕਾਊਂਟ ਐਂਡ ਕੈਪੀਟਲ ਅਕਾਊਂਟ। ਤੁਸੀਂ ਦੇਖਿਆ ਹੋਣਾ ਆਪਾਂ ਐਪਰੋਪਰੀਏਟ ਅਕਾਊਂਟ ਬਣਾਉਂਦੇ ਹਾਂ, ਫਿਰ ਕੈਪੀਟਲ ਅਕਾਊਂਟ ਬਣਾਉਂਦੇ ਹਾਂ। ਸਾਰਾ ਜੋ ਆਪਾਂ ਪਾਰਟਨਰਸ ਦੇ ਨਾਲ ਡਿਟੇਲਸ ਜਿੰਨੀ ਵੀ ਹੈ ਉਹ ਆਪਾਂ ਐਪਰੋਪਰੀਏਟ ਅਕਾਊਂਟ ਦੇ ਅੰਦਰ ਟ੍ਰਾਂਸਫਰ ਕਰਦੇ ਹਾਂ ਪਹਿਲਾਂ ਪਾਰਟਨਰਸ ਦੇ ਰਿਲੇਟਡ, ਫਿਰ ਆਪਾਂ ਉਹੀ ਚੀਜ਼ ਨੂੰ ਟ੍ਰਾਂਸਫਰ ਕਰਦੇ ਹਾਂ ਪਾਰਟਨਰਸ ਕੈਪੀਟਲ ਅਕਾਊਂਟ ਦੇ ਅੰਦਰ। ਹੁਣ ਡੈਬਿਟ ਸਾਈਡ ਪੈਂਦੀ ਆ ਪਾਰਟਨਰਸ ਦੇ ਐਪਰੋਪਰੀਏਟ ਅਕਾਊਂਟ ਦੇ ਅੰਦਰ, ਅਤੇ ਕ੍ਰੈਡਿਟ ਸਾਈਡ ਪੈਂਦੀ ਆ ਕੈਪੀਟਲ ਅਕਾਊਂਟ ਦੇ ਅੰਦਰ, ਇੰਟਰਸਟ ਔਨ ਕੈਪੀਟਲ। ਸੋ ਇਹਦਾ ਆਂਸਰ ਕੀ ਹੋਊਗਾ ਇਸ ਹਿਸਾਬ ਨਾਲ, ਆਪਸ਼ਨ ਨੰਬਰ D, ਬੋਥ ਕੈਪੀਟਲ ਅਕਾਊਂਟ 'ਚ ਵੀ ਪੈਂਦਾ ਅਤੇ ਪ੍ਰੋਫਿਟ ਐਂਡ ਲੋਸ ਐਡਜਸਟਮੈਂਟ ਅਕਾਊਂਟ 'ਚ ਵੀ ਐਡਜਸਟ ਕੀਤਾ ਜਾਂਦਾ ਇਹਨੂੰ। ਸੋ ਕਰੈਕਟ ਆਂਸਰ ਇਜ਼ D। Next question, the drawings of the partner will be shown in a capital account, profit and loss adjustment account, profit and loss account, trading account। ਸੋ ਇਹਦਾ ਕਰੈਕਟ ਆਂਸਰ ਆਲਰੇਡੀ ਤੁਹਾਡੇ ਸਾਹਮਣੇ ਆ ਚੁੱਕਿਆ ਕਿ ਡਰਾਇੰਗਸ ਆਫ ਦਾ ਪਾਰਟਨਰ। ਧਿਆਨ ਰੱਖਿਓ ਡਰਾਇੰਗਸ ਕੱਲੀ ਡਾਇਰੈਕਟ ਡਰਾਇੰਗ ਮਤਲਬ 5 ਲੱਖ ਵਿਡਰੋ ਕਰ ਲਿਆ, ਇੰਟਰਸਟ ਔਨ ਡਰਾਇੰਗਸ ਦੀ ਗੱਲ ਨਹੀਂ ਕੀਤੀ, ਕੱਲੀਆਂ ਡਰਾਇੰਗਸ ਕਿੱਥੇ ਪੈਂਦੀਆਂ, ਪਾਰਟਨਰਸ ਕੈਪੀਟਲ ਅਕਾਊਂਟ ਦੇ ਅੰਦਰ ਟ੍ਰਾਂਸਫਰ ਕੀਤੀਆਂ ਜਾਂਦੀਆਂ ਡਾਇਰੈਕਟਲੀ। ਐਡਜਸਟਮੈਂਟ ਅਕਾਊਂਟ ਦੇ ਅੰਦਰ ਕੀ ਪੈਂਦਾ, ਇੰਟਰਸਟ ਡਰਾਇੰਗਸ ਦਾ, ਬਟ ਕੈਪੀਟਲ ਅਕਾਊਂਟ ਦੇ ਅੰਦਰ ਪੂਰੀਆਂ ਡਰਾਇੰਗਸ ਪਾਈਆਂ ਜਾਂਦੀਆਂ, ਕਿੱਥੇ ਪਾਈ ਜਾਂਦੀਆਂ, ਡੈਬਿਟ ਸਾਈਡ। ਕਲੀਅਰ? ਸੋ ਕੈਪੀਟਲ ਅਕਾਊਂਟ ਦੇ ਅੰਦਰ ਕੀ ਐਡਜਸਟ ਕੀਤਾ ਜਾਂਦਾ, ਡਰਾਇੰਗਸ ਨੂੰ ਐਡਜਸਟ ਕੀਤਾ ਜਾਂਦਾ। ਸੋ ਨੈਕਸਟ ਕੁਐਸਚਨ, ਇਨ ਦੀ ਐਬਸੈਂਸ ਆਫ ਦਾ ਪਾਰਟਨਰਸ਼ਿਪ ਡੀਡ, ਅਗੇਨ ਦੇਖੋ ਜੇ ਕਹਿੰਦਾ ਪਾਰਟਨਰਸ਼ਿਪ ਡੀਡ ਐਬਸੈਂਟ ਹੋ ਗਈ ਤਾਂ ਪਾਰਟਨਰਸ ਆਰ ਇੰਟਾਈਟਲਡ ਟੂ ਰਿਸੀਵ ਕੀ ਮਿਲੂਗਾ ਉਹਨਾਂ ਨੂੰ, ਇੰਟਰਸਟ ਔਨ ਕੈਪੀਟਲ ਮਿਲੂਗਾ, ਇੰਟਰਸਟ ਔਨ ਲੋਨ ਮਿਲੂਗਾ, ਸੈਲਰੀ ਮਿਲੂਗਾ, ਜਾਂ ਕਮਿਸ਼ਨ ਮਿਲੂਗਾ, ਕੀ ਮਿਲੂਗਾ। ਹੁਣ ਆਪਾਂ ਇੱਕ ਕੁਐਸਚਨ ਫਸਟ ਕੁਐਸਚਨ ਕੀਤਾ ਸੀ ਜੇ ਤੁਹਾਨੂੰ ਯਾਦ ਹੋਵੇ ਕਿ ਜਿਹਦੇ ਵਿੱਚ ਆਪਾਂ ਕਿਹਾ ਸੀ ਵੀ ਇੰਟਰਸਟ ਔਨ ਲੋਨ ਕਿੰਨਾ ਮਿਲਣਾ, 6%। ਚਾਹੇ ਪਾਰਟਨਰ ਜਿੰਨਾ ਮਰਜ਼ੀ ਰੌਲਾ ਪਾਈ ਜਾਣਾ ਮੈਨੂੰ 10% ਚਾਹੀਦਾ, 15% ਚਾਹੀਦਾ, ਕਿਉਂਕਿ ਡੀਡ ਐਬਸੈਂਟ ਆ, ਨਾ ਦਾ ਕੈਪੀਟਲ ਮਿਲਣੀ ਆ, ਨਾ ਸੈਲਰੀ ਮਿਲਣੀ ਆ, ਅਤੇ ਨਾ ਹੀ ਕਮਿਸ਼ਨ ਮਿਲਣਾ। ਇਹ ਗੱਲ ਯਾਦ ਰੱਖਿਓ, ਜੇ ਡੀਡ ਐਬਸੈਂਟ ਆ ਤਾਂ ਇੰਟਰਸਟ ਔਨ ਲੋਨ ਮਿਲਣਾ ਇਕੱਲਾ, ਉਹ ਵੀ ਕਿੰਨਾ, 6%। ਸੋ ਕਰੈਕਟ ਆਂਸਰ ਇਜ਼ B। ਨੈਕਸਟ ਕੁਐਸਚਨ, ਲਾਸਟ ਕੁਐਸਚਨ ਇਸ ਵੀਡੀਓ ਦੇ ਅੰਦਰ,
when the question is silent about the date of withdrawal of drawings then the interest will be calculated। ਹਾਂਜੀ ਕਹਿੰਦੇ ਜੇ ਆਪਾਂ ਕੁਐਸਚਨਸ ਕੈਲਕੂਲੇਟ ਕਰਦੇ ਹਾਂ ਪ੍ਰੈਕਟੀਕਲੀ ਵੇ ਦੇ ਨਾਲ, ਜੇ ਆਪਾਂ ਨੂੰ ਇਹ ਨਹੀਂ ਦੱਸਿਆ ਕਿ ਡਰਾਇੰਗਸ ਕਦੋਂ ਵਿਡਰਾਅ ਕੀਤੀਆਂ ਗਈਆਂ, ਮਤਲਬ ਸਾਲ ਦੇ ਅੰਦਰ ਪੈਸੇ ਕਦੋਂ ਕਢਾਇਆ ਗਿਆ, ਫਿਰ ਆਪਾਂ ਜਿਹੜਾ ਰੇਟ ਲਾਉਂਦੇ ਹਾਂ, ਮਤਲਬ ਡੇਟਸ ਲਾਉਂਦੇ ਹਾਂ, ਉਹਨੂੰ ਕਿਵੇਂ ਮੈਂਸ਼ਨ ਕਰਦੇ ਹਾਂ। ਤਾਂ ਤੁਸੀਂ ਦੇਖਿਆ ਹੋਣਾ ਆਪਾਂ ਉਹਨੂੰ ਕਹਿ ਦਿੰਦੇ ਹਾਂ ਕਿ ਤੁਸੀਂ ਹਾਫ ਨਾਲ ਡਿਵਾਈਡ ਕਰ ਦਿਓ, ਹਾਫ ਨਾਲ ਮਲਟੀਪਲੀਕੇਸ਼ਨ ਕਰ ਦਿਓ। ਬਾਕੀ ਜੇ ਰੇਟ ਦਿੱਤਾ ਹੋਵੇ ਬਿਗਨਿੰਗ ਆਫ ਦਾ ਐਂਡ ਜਾਂ ਐਂਡ ਆਫ ਦਾ ਮੰਥ ਆਪਾਂ ਵਿਡਰਾਅ ਕੀਤਾ, ਜਾਂ ਮਿਡਲ ਜਾਂ ਕੁਆਟਰ ਆਫ ਦਾ ਮੰਥ ਕੀਤਾ, ਫਿਰ ਅਸੀਂ ਕੈਲਕੂਲੇਟ ਕਰ ਲੈਂਦੇ ਹਾਂ। ਬਟ ਜੇ ਦਿੱਤਾ ਹੀ ਨਾ ਹੋਵੇ ਫਿਰ ਅਸੀਂ ਕੀ ਕਰਦੇ ਹਾਂ 6 ਮੰਥਸ, ਅਸੀਂ ਮੰਨ ਕੇ ਚੱਲਦੇ ਹਾਂ ਵੀ ਹਰ 6 ਮਹੀਨੇ ਬਾਅਦ ਵਿਡਰਾਇੰਗਸ ਹੋਈਆਂ ਨੇ, ਅਤੇ ਅਸੀਂ ਇੰਟਰਸਟ ਉਸ ਹਿਸਾਬ ਨਾਲ ਕੈਲਕੂਲੇਟ ਕਰਦੇ ਹਾਂ। ਸੋ ਜਿਹੜਾ ਕਰੈਕਟ ਆਨਸਰ ਹੈ ਉਹ ਕੀ ਹੋਊਗਾ, ਆਪਸ਼ਨ ਨੰਬਰ ਏ। ਸੋ ਆਈ ਹੋਪ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਊਗੀ। ਇਹ ਬਹੁਤ ਇੰਪੋਰਟੈਂਟ ਕੁਐਸਚਨਸ ਨੂੰ ਡਿਸਕਸ ਕੀਤਾ ਗਿਆ। ਆਈ ਹੋਪ ਇਸ ਵੀਡੀਓ ਤੋਂ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਊਗਾ। ਤੁਹਾਡੇ ਫਸਟ ਚੈਪਟਰ ਦੇ MCQs ਨੂੰ ਕਾਫੀ ਕਲੈਰਿਟੀ ਆ ਗਈ ਹੋ। ਥੈਂਕਸ ਫॉर वाचिंग। God bless you all.